सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता। ਅਸੀਂ ਪੁੱਛਾਂਗੇ ਤੁਹਾਨੂੰ ਕਦੋਂ ਸਮਝ ਆਏਗੀ ਕਿ ਅਸੀਂ ਕਦੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਪਣੇ ਅੰਦਰ ਉਹ ਪਰਮ ਸ਼ਕਤੀ ਨੂੰ ਜਾਣਨ ਦੀ ਅਸੀਂ ਕਦੋਂ ਸ਼ੁਰੂਆਤ ਕਰਾਂਗੇ, ਕਿਉਂਕਿ ਉਹ ਪਰਮ ਸ਼ਕਤੀ ਸਾਡੇ ਅੰਦਰ ਹੀ ਬੈਠੀ ਹੈ। ਔਰ ਗੱਲ ਤਾਂ ਕਿੱਥੋਂ ਸ਼ੁਰੂ ਹੁੰਦੀ ਹੈ? ਗੁਰੂ ਤੋਂ। ਇਸੇ ਲਈ ਤਾਂ ਇੱਕ ਸ਼ਬਦ ਅੰਦਰ ਅਸੀਂ ਕਈ ਵਾਰ ਦੱਸਿਆ ਹੈ ਕਿ ਅਗਰ ਇਨਸਾਨ ਦੇ ਜੀਵਨ 'ਚ ਮੁਰਸ਼ਿਦ ਹੈ, ਸਤਿਗੁਰ ਹੈ, ਤਾਂ ਸਮਝ ਲਓ ਫਿਰ ਇਨਸਾਨ ਦੇ ਜੀਵਨ 'ਚ ਸਭ ਕੁਝ ਹੈ। ਤਾਂ ਜੇ ਇਨਸਾਨ ਦੇ ਜੀਵਨ 'ਚ ਰਸਤਾ ਦਿਖਾਉਣ ਵਾਲਾ ਨਹੀਂ ਹੈ, ਸਤਿਗੁਰ ਨਹੀਂ ਹੈ, ਮੁਰਸ਼ਿਦ ਨਹੀਂ ਹੈ, ਤਾਂ ਫਿਰ ਸਮਝ ਲਓ ਇਨਸਾਨ ਦੇ ਜੀਵਨ 'ਚ ਕੁਝ ਹੈ ਹੀ ਨਹੀਂ। ਸਮਝਦੇ ਹੋ ਕਿ ਨਹੀਂ? ਇਸੇ ਲਈ ਇੱਥੇ ਇੱਕ ਗੱਲ ਯਾਦ ਰੱਖਣਾ। ਇੱਕ ਸਵਾਲ ਪੁੱਛੀਏ, ਤੁਹਾਨੂੰ ਜਵਾਬ ਦਵੋਗੇ? ਤੁਸੀਂ ਹਾਰਨਾ ਚਾਹੁੰਦੇ ਹੋ ਜਾਂ ਜਿੱਤਣਾ ਚਾਹੁੰਦੇ ਹੋ? ਜਵਾਬ ਦਿਓ। ਦੇਖਿਆ, ਛੋਟੇ ਛੋਟੇ ਸਵਾਲਾਂ ਦਾ ਜਵਾਬ ਦੇਣ ਨੂੰ ਹੀ ਬੜਾ ਟਾਈਮ ਲਾ ਦਿੰਦੇ ਹੋ ਤੁਸੀਂ। ਹਾਰ ਚਾਹੁੰਦੇ ਹੋ, ਜਿੱਤ ਚਾਹੁੰਦੇ ਹੋ? ਜਿੱਤ ਚਾਹੁੰਦੇ ਹੋ, ਖੁਸ਼ੀ ਚਾਹੁੰਦੇ ਹੋ, ਕਾਮਯਾਬੀ ਚਾਹੁੰਦੇ ਹੋ? ਕਿਉਂਕਿ ਹਾਰ ਵੀ ਦੋ ਕਿਸਮ ਦੀ ਹੁੰਦੀ ਹੈ। ਇੱਕ ਹੁੰਦਾ ਇਹ ਬਾਹਰਲੀ ਹਾਰ ਜਿੱਤ, ਇੱਕ ਹੁੰਦਾ ਹੈ ਅੰਦਰਲੀ ਹਾਰ ਜਿੱਤ। ਅੰਦਰ ਇਸ਼ਕ ਵਿੱਚ ਹਾਰਨਾ ਪੈਂਦਾ ਤਾਂ ਬਾਹਰ ਜਿੱਤਣ ਦੀ ਭਾਵਨਾ ਰੱਖਣੀ ਪੈਂਦੀ ਹੈ ਕਿ ਮੈਂ ਜਿੱਤਣਾ। ਇਸ ਲਈ ਇੱਥੇ ਹੀ ਬਾਹਰ ਦੀ ਗੱਲ ਕਰ ਰਹੇ ਹਾਂ। ਇੱਥੇ ਅਸੀਂ ਸੰਸਾਰ ਦੀ ਗੱਲ ਕਰ ਰਹੇ ਹਾਂ ਕਿ ਸੰਸਾਰ 'ਚ ਹਰ ਕੋਈ ਚਾਹੁੰਦਾ ਹੈ ਮੇਰੀ ਜਿੱਤ ਹੋਵੇ। ਬੋਲੋ, ਚਾਹੁੰਦੇ ਹੋ ਕਿ ਨਹੀਂ? ਮੈਨੂੰ ਕਾਮਯਾਬੀ ਮਿਲੇ, ਮੈਨੂੰ ਖੁਸ਼ੀਆਂ ਮਿਲਣ। ਹੁਣ ਅਗਰ ਵਾਕਿਆ ਹੀ ਤੁਸੀਂ ਜੀਵਨ 'ਚ ਚਾਹੁੰਦੇ ਹੋ ਮੈਨੂੰ ਕਾਮਯਾਬੀ ਮਿਲੇ, ਮੈਨੂੰ ਖੁਸ਼ੀ ਮਿਲੇ, ਮੈਨੂੰ ਸਫਲਤਾ ਮਿਲੇ, ਔਰ ਜਿਸ ਤਰ੍ਹਾਂ ਪੁੱਛਿਆ ਇੱਕ ਵਾਰ ਫਿਰ ਪੁੱਛਾਂਗੇ, ਤੁਸੀਂ ਕਾਮਯਾਬੀ ਚਾਹੁੰਦੇ ਹੋ, ਜਿੱਤ ਚਾਹੁੰਦੇ ਹੋ, ਸਫਲਤਾ ਚਾਹੁੰਦੇ ਹੋ, ਖੁਸ਼ੀ ਚਾਹੁੰਦੇ ਹੋ? ਤਾਂ ਹੁਣ ਜ਼ਰਾ ਸਮਝੀਏ ਕਿ ਜੇ ਅਸੀਂ ਜੀਵਨ 'ਚ ਕਾਮਯਾਬੀ ਚਾਹੁੰਦੇ ਹਾਂ, ਸਫਲਤਾ ਚਾਹੁੰਦੇ ਹਾਂ, ਜਿੱਤ ਚਾਹੁੰਦੇ ਹਾਂ, ਖੁਸ਼ੀ ਚਾਹੁੰਦੇ ਹਾਂ, ਤਾਂ ਇਹ ਕਾਮਯਾਬੀ, ਸਫਲਤਾ, ਜਿੱਤ ਔਰ ਖੁਸ਼ੀ ਸਾਨੂੰ ਮਿਲਣੀ ਕਿੱਦਾਂ ਹੈ? ਕਿੱਦਾਂ ਮਿਲਣੀ ਹੈ? ਐਸਾ ਕੀ ਅਸੀਂ ਕਰ ਸਕਦੇ ਹਾਂ ਜਾਂ ਐਸਾ ਕੀ ਸਾਨੂੰ ਕਰਨਾ ਪਏਗਾ ਕਿ ਸਾਨੂੰ ਕਾਮਯਾਬੀ ਮਿਲੇ, ਸਫਲਤਾ ਮਿਲੇ, ਜਿੱਤ ਮਿਲੇ ਔਰ ਜੀਵਨ 'ਚ ਕਦੀ ਸਾਡੀ ਹਾਰ ਨਾ ਹੋਵੇ? ਹੁਣ ਜਿਹੜੇ ਜੀਵ ਜਿੱਤਣਾ ਚਾਹੁੰਦੇ ਹੈ, ਕਾਮਯਾਬ ਹੋਣਾ ਚਾਹੁੰਦੇ ਹੈ, ਸਫਲ ਹੋਣਾ ਚਾਹੁੰਦੇ ਹੈ, ਹੁਣ ਜ਼ਰਾ ਇਹ ਪੁਆਇੰਟ ਨੂੰ ਯਾਦ ਰੱਖਣਾ ਕਿ ਜੇ ਤੁਸੀਂ ਜਿੱਤਣਾ ਚਾਹੁੰਦੇ ਹੋ, ਕਾਮਯਾਬ ਹੋਣਾ ਚਾਹੁੰਦੇ ਹੋ, ਸਫਲ ਹੋਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਆਪਣੇ ਜੀਵਨ 'ਚ, ਆਪਣੇ ਆਪ ਨੂੰ ਦੇਖੋ ਕਿ ਮੇਰਾ ਸਲਾਹਕਾਰ ਕੌਣ ਹੈ। ਸਲਾਹਕਾਰ ਪਤਾ ਨਾ, ਕਿ ਸਲਾਹ ਦੇਣ ਵਾਲਾ, ਮੈਂ ਕਿਹਦੀ ਸਲਾਹ ਮੰਨਦਾ ਹਾਂ, ਕਿਹਦੀ ਸਲਾਹ ਸੁਣਦਾ ਹਾਂ ਔਰ ਕਿਹਦੀ ਸਲਾਹ ਮੰਨ ਕੇ ਮੈਂ ਜੀਵਨ 'ਚ ਕਰਮ ਕਰਦਾ ਹਾਂ। ਕਿਉਂਕਿ ਇਹ ਗੱਲ ਯਾਦ ਰੱਖੋ, ਬਹੁਤ ਵੱਡਾ ਪੁਆਇੰਟ ਹੈ ਇੱਕ, ਕਿ ਜੈਸਾ ਸਾਡਾ ਸਲਾਹਕਾਰ ਹੋਏਗਾ ਨਾ, ਵੈਸੇ ਹੀ ਸਾਡੇ ਜੀਵਨ ਦੇ ਹਾਲਾਤ ਬਣਦੇ ਚਲੇ ਜਾਣਗੇ। ਤੁਹਾਡਾ ਸਲਾਹਕਾਰ ਕੌਣ ਹੈ? ਇਹ ਸੰਸਾਰ ਹੈ। ਤੁਸੀਂ ਦੁਨੀਆ ਦੀ ਸੁਣਦੇ ਹੋ ਜਾਂ ਆਪਣੇ ਮਾਲਿਕ ਦੀ ਸੁਣਦੇ ਹੋ, ਮੁਰਸ਼ਿਦ ਦੀ ਸੁਣਦੇ ਹੋ? ਤੁਸੀਂ ਮਨ ਦੀ ਸੁਣਦੇ ਹੋ ਜਾਂ ਆਪਣੇ ਹਿਰਦੇ ਦੀ ਸੁਣਦੇ ਹੋ? ਕਿਉਂਕਿ ਹਿਰਦਾ ਤਾਂ ਪਰਮਾਤਮਾ ਦਾ ਘਰ ਹੈ। ਇਸ ਲਈ ਕਿਹਦੀ ਸੁਣਦੇ ਹੋ ਤੁਸੀਂ? ਕਿਉਂਕਿ ਯਾਦ ਰੱਖੋ, ਇੱਕ ਸਲਾਹਕਾਰ ਦੇ ਨਾਲ ਹੀ ਸਾਡੀ ਜਿਹੜੀ ਜਿੱਤ ਹੈ ਉਹ ਹਾਰ 'ਚ ਬਦਲ ਜਾਂਦੀ, ਤੇ ਜਿਹੜੀ ਹਾਰ ਹੈ ਉਹ ਜਿੱਤ ਵਿੱਚ ਬਦਲ ਜਾਂਦੀ ਹੈ। ਇਸ ਲਈ ਇਤਿਹਾਸ ਦੀਆਂ ਕੁਝ ਘਟਨਾਵਾਂ ਇੱਥੇ ਯਾਦ ਦਿਲਾਵਾਂਗੇ ਤੁਹਾਨੂੰ ਕਿ ਪਾਂਡਵਾਂ ਦੀ ਜਿੱਤ ਹੋਈ ਤਾਂ ਪਾਂਡਵਾਂ ਦਾ ਸਲਾਹਕਾਰ ਕੌਣ ਸੀ? ਜਰਾ ਸੋਚ ਕੇ ਦੇਖੋ, ਪਾਂਡਵ ਕਿਹਤੋਂ ਸਲਾਹ ਲੈਂਦੇ ਸੀ? ਕੋਈ ਵੀ ਕਰਮ ਕਰਨ ਤੋਂ ਪਹਿਲਾਂ ਪਾਂਡਵ ਕਿਹਤੋਂ ਸਲਾਹ ਲੈਂਦੇ ਸੀ? ਸਿਰਫ ਪਾਂਡਵਾਂ ਨੇ ਇੱਕੋ ਵਾਰ ਸਲਾਹ ਨਹੀਂ ਲਈ, ਮੂਰਖਤਾ ਕੀਤੀ ਕਿ ਜਦੋਂ ਦੁਰਯੋਧਨ ਨੇ ਜੂਏ ਵਾਸਤੇ ਬੁਲਾਇਆ ਸੀ ਤਾਂ ਉਸ ਵੇਲੇ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਦੀ ਸਲਾਹ ਨਹੀਂ ਲਈ। ਉਸ ਵੇਲੇ ਆਪਣੀ ਮਰਜ਼ੀ ਨਾਲ ਚਲੇ ਗਏ। ਤਾਂ ਉਹੀ ਇੱਕ ਗਲਤੀ ਉਹਨਾਂ ਨੂੰ ਭਾਰੀ ਪੈ ਗਈ, ਕਿਉਂਕਿ ਕੌਰਵਾਂ ਨੇ, ਦੁਰਯੋਧਨ ਨੇ, ਤਾਂ ਉਹਨਾਂ ਦੇ ਮਾਮੇ ਸ਼ਕਨੀ ਨੇ ਖੇਲ ਹੀ ਇਦਾਂ ਦਾ ਰਚਿਆ ਸੀ ਕਿ ਉਸ ਵੇਲੇ ਇਹਨਾਂ ਨੂੰ ਨਿਯੋਤਾ ਦਿੱਤਾ ਜਾਵੇ ਜਦੋਂ ਕ੍ਰਿਸ਼ਨ ਇੱਥੇ ਹੋਣ ਹੀ ਨਾ। ਇਸ ਲਈ ਕ੍ਰਿਸ਼ਨ ਕਿਤੇ ਗਏ ਸੀ, ਪਿੱਛੇ ਉਹਨਾਂ ਨੇ ਨਿਯੋਤਾ ਦੇ ਕੇ ਜੂਏ ਤੇ ਬੁਲਾ ਲਿਆ। ਤਾਂ ਫਿਰ ਉਹ ਸਾਰੀ ਕਹਾਣੀ ਦਾ ਤੁਹਾਨੂੰ ਪਤਾ ਹੀ ਹੈ, ਕਿੱਦਾਂ ਆਪਣਾ ਰਾਜ ਪਾਠ ਸਭ ਕੁਝ ਉਹ ਹਾਰ ਗਏ। ਹੁਣ ਜ਼ਰਾ ਸਮਝਣਾ, ਪਾਂਡਵਾਂ ਨੇ ਇੱਕ ਗਲਤੀ ਕੀਤੀ ਤਾਂ ਫਿਰ ਉਹਨਾਂ ਨੂੰ ਕਿੰਨਾ ਹਰਜਾਨਾ ਭੋਗਣਾ ਪਿਆ। ਪਰ ਫਿਰ ਵੀ ਮੁਸ਼ਕਿਲਾਂ ਆਈਆਂ, ਪਰੇਸ਼ਾਨੀਆਂ ਆਈਆਂ, ਸ਼੍ਰੀ ਕ੍ਰਿਸ਼ਨ ਦੀ ਸਲਾਹ ਲੈਂਦੇ ਗਏ ਤਾਂ ਹੌਲੀ ਹੌਲੀ ਉਹ ਪਰੇਸ਼ਾਨੀਆਂ ਚੋਂ ਬਾਹਰ ਵੀ ਆਂਦੇ ਚਲੇ ਗਏ ਔਰ ਇੱਕ ਦਿਨ ਉਹਨਾਂ ਦੀ ਜਿੱਤ ਵੀ ਹੋਈ, ਉਹਨਾਂ ਨੂੰ ਕਾਮਯਾਬੀ ਵੀ ਮਿਲੀ, ਸਫਲਤਾ ਵੀ ਮਿਲੀ। ਤਾਂ ਹੁਣ ਕੌਰਵ ਕਿਹਦੀ ਸਲਾਹ ਲੈਂਦੇ ਸੀ? ਜਰਾ ਦੇਖੋ, ਕੌਰਵ ਕਿਹਦੀ ਸਲਾਹ ਲੈਂਦੇ ਸੀ? ਕੌਰਵ ਸਲਾਹ ਲੈਂਦੇ ਸੀ ਸ਼ਕਨੀ ਦੀ, ਮਾਮਾ ਸ਼ਕਨੀ। ਸ਼ਕਨੀ ਦਾ ਨਾਮ ਹੀ ਹੈ ਸ਼ਕ।
जरा गौर करना। इसलिए महाभारत किते बाहर नहीं है, साडे अंदर ही महाभारत चल रही है, क्योंकि अंदर साडे शक्नि रूपी शंका भी बैठी हुई है, तो अंदर साडे कृष्ण रूपी विश्वास भी बैठा होया है। ये याद रखो। हुण जेड़े इंसान विश्वास रखते हैं अपने मालिक दे वचनां ते, अपने मालिक दे ऊपर यकीन रखते हैं कि मेरा मालिक जे मेरे नाल है तो मेरी हर मुश्किल दूर होएगी, मैनू हर मुश्किल चों निकलण दा बल मिलेगा। हुण जेड़े उस विश्वास नाल चलदे है, फिर एक दिन उन्हां दी जिੱਤ भी हुंदी है, उन्हां नूं कामयाबी भी मिलदी है। तो जेड़े शंका दी सुणदे है यानी शकुनी दी, ये मन दे पिछे लग जांदे है, शंका पिछे लग जांदे है, उन्हां दी सदा की हुंदा है, हार हुंदी है। ਉਹ ਸਦਾ ਹਾਰਦੇ ਹੀ ਚਲੇ ਜਾਂਦੇ ਹੈ, ਫਿਰ ਉਹਨਾਂ ਨੂੰ ਕਦੀ ਜਿੱਤ ਹਾਸਲ ਨਹੀਂ ਹੋ ਸਕਦੀ। ਇਸ ਲਈ ਤੁਹਾਡੇ ਅੰਦਰ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਕ੍ਰਿਸ਼ਨ ਵੀ ਇੱਕ ਪਾਸੇ ਬੈਠਾ ਹੈ ਤਾਂ ਸ਼ਕਨੀ ਯਾਨੀ ਕ੍ਰਿਸ਼ਨ ਵਿਸ਼ਵਾਸ, ਪ੍ਰੇਮ, ਯਕੀਨ ਉਸ ਮਾਲਿਕ ਤੇ, ਤਾਂ ਸ਼ਕਨੀ ਯਾਨੀ ਸ਼ੰਕਾ, ਸ਼ੱਕ, ਬੇਵਿਸ਼ਵਾਸੀ। ਇਸ ਲਈ ਤੁਸੀਂ ਦੇਖਦੇ ਹੋ ਕਿ ਕਈ ਵਾਰ ਕੋਈ ਵੀ ਅਸੀਂ ਕੰਮ ਕਰੀਏ ਇੱਕ ਆਵਾਜ਼ ਆਏਗੀ ਇਹ ਹੋ ਜਾਣਾ ਹੈ, ਦੂਜਾ ਕਹੇਗਾ ਨਹੀਂ ਕਿੱਥੋਂ ਹੋਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਕੋਈ ਤਕਲੀਫ ਹੈ, ਦੁੱਖ ਹੈ, ਇੱਕ ਪਾਸੇ ਬੰਦਾ ਕਹਿੰਦਾ ਮਾਲਕ ਦੀ ਰਹਿਮਤ ਨਾਲ ਮੈਂ ਠੀਕ ਹੋਇਆ ਨਾ, ਪਰ ਦੂਜੇ ਪਾਸੇ ਉਹ ਸ਼ਕਨੀ ਅੰਦਰ ਬੈਠਾ ਕਹਿੰਦਾ ਉਹ ਕਿੱਥੇ ਠੀਕ ਹੋਣਾ ਹੈ, ਤੂੰ ਇਦਾਂ ਕਰ ਲੈ, ਤੂੰ ਉਦਾਂ ਕਰ ਲੈ, ਆ ਫਲਾਨੀ ਜਗ੍ਹਾ ਜਾ ਕੇ ਆਹ ਕਰ ਲਾ, ਫਲਾਨੀ ਜਗ੍ਹਾ ਜਾ ਕੇ ਉਹ ਕਰ ਲਾ। ਉਹ ਵਹਿਮਾਂ ਭਰਮਾਂ 'ਚ ਪਾ ਕੇ ਉਹ ਉਲਟੀਆਂ ਸਲਾਹਾਂ ਦਿੰਦਾ, ਜਿਹੜਾ ਇਨਸਾਨ ਨੂੰ ਰੱਬ ਤੋਂ, ਰੱਬ ਦੇ ਵਿਸ਼ਵਾਸ ਤੋਂ ਦੂਰ ਕਰਕੇ ਇਨਸਾਨ ਦੀ ਜੀਵਨ ਨੂੰ ਦੁੱਖਾਂ ਦੀ ਤਰਫ ਲੈ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਤੁਹਾਨੂੰ ਕਹਾਂਗੇ ਕਿ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਮਾਲਿਕ ਤੁਹਾਡੇ ਨਾਲ ਹੈ, ਤੁਸੀਂ ਠੀਕ ਹੋ ਜਾਣਾ ਹੈ। ਹੁਣ ਅੰਦਰੋਂ ਵਿਸ਼ਵਾਸ ਕਹੇਗਾ ਕਿ ਮੈਂ ਠੀਕ ਹੋ ਜਾਣਾ ਹੈ, ਪਰ ਸ਼ੰਕਾ ਨੇ ਪਤਾ ਕੀ ਕਹਿਣਾ ਸ਼ਕਨੀ ਨੇ, ਉਹ ਨਹੀਂ ਤੂੰ ਇਦਾਂ ਕਰੋ, ਫਲਾਨਾ ਦੱਸਦਾ ਟੋਟਕਾ, ਉਹ ਫਲਾਨੇ ਕੋ ਚਲਾ ਜਾ, ਉਹਨੇ ਟੋਟਕਾ ਦੱਸਣਾ ਹੈ ਕਿ ਅੱਧੀ ਰਾਤ ਨੂੰ ਇਦਾਂ ਕਰਦੀ, ਚੁਰਾਹੇ 'ਚ ਇਦਾਂ ਕਰਦੀ, ਫਲਾਨਾ ਕੰਮ ਇਦਾਂ ਕਰਦੀ, ਤੇਰੇ ਦੁੱਖ ਦੂਰ ਹੋ ਜਾਣਗੇ। ਤਾਂ ਹੁਣ ਬੰਦੇ ਨੇ ਕੀ ਕਰਨਾ ਹੈ? ਉੱਥੇ ਬੰਦੇ ਨੇ ਦੇਖਣਾ ਮੈਂ ਵਿਸ਼ਵਾਸ ਦੀ ਸੁਣਦਾ ਹਾਂ, ਆਪਣੇ ਮਾਲਿਕ ਦੀ ਸੁਣਦਾ, ਜਾਂ ਦੁਨੀਆ ਮਗਰ ਲੱਗ ਕੇ ਮੈਂ ਉਲਟੀਆਂ ਸਿੱਧੀਆਂ ਉਹ ਕਰਨੀਆਂ 'ਚ ਪੈ ਕੇ ਆਪਣੇ ਜੀਵਨ ਨੂੰ ਹੋਰ ਵੀ ਜ਼ਿਆਦਾ ਦੁੱਖਾਂ 'ਚ ਭਰ ਲੈਂਦਾ ਹੈ। ਇਸ ਲਈ ਜੇ ਜੀਵਨ 'ਚ ਕਾਮਯਾਬੀ ਚਾਹੀਦੀ ਹੈ, ਸਫਲਤਾ ਚਾਹੀਦੀ ਹੈ, ਤਾਂ ਅੰਦਰ ਬੈਠੇ ਵਿਸ਼ਵਾਸ, ਕਿਉਂਕਿ ਵਿਸ਼ਵਾਸ ਸਾਨੂੰ ਪਰਮਾਤਮਾ ਨਾਲ ਜੋੜਦਾ ਹੈ। ਇਸ ਲਈ ਸਮਝ ਲਓ ਵਿਸ਼ਵਾਸ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ, ਭਗਵਾਨ ਦੀ ਆਵਾਜ਼ ਹੈ, ਪ੍ਰਭੂ ਦੀ ਆਵਾਜ਼ ਹੈ। ਤਾਂ ਜਿੱਥੇ ਸ਼ੰਕਾ ਵਾਲੀ ਗੱਲ ਹੋਵੇ, ਹੁਣ ਪਤਾ ਕਿੱਦਾਂ ਲੱਗੇ, ਪਤਾ ਕਿੱਦਾਂ ਲੱਗੇ ਬੰਦੇ ਨੂੰ ਕਿ ਕਿਹੜੀ ਆਵਾਜ਼ ਭਗਵਾਨ ਦੀ ਹੈ ਤਾਂ ਕਿਹੜੀ ਆਵਾਜ਼ ਸ਼ੈਤਾਨ ਦੀ ਹੈ, ਯਾਨੀ ਕਿਹੜੀ ਸ਼ੰਕਾ ਦੀ ਹੈ, ਸ਼ਕੁਨੀ ਦੀ ਹੈ, ਤਾਂ ਕਿਹੜੀ ਵਿਸ਼ਵਾਸ ਦੀ, ਕ੍ਰਿਸ਼ਨ ਦੀ, ਸਾਡੇ ਮਾਲਿਕ ਦੀ ਹੈ। ਹੁਣ ਜ਼ਰਾ ਸਮਝਣਾ। ਫਰਜ਼ ਕਰੋ ਤੁਹਾਡੇ ਜੀਵਨ 'ਚ ਕੋਈ ਪਰੇਸ਼ਾਨੀ ਹੈ, ਹੁਣ ਇੱਕ ਆਵਾਜ਼ ਆਂਦੀ ਹੈ ਤੇਰੀ ਪਰੇਸ਼ਾਨੀ ਦੂਰ ਹੋ ਜਾਣੀ ਹੈ, ਵਿਸ਼ਵਾਸ ਰੱਖ। ਇਹ ਆਵਾਜ਼ ਭਗਵਾਨ ਦੀ ਹੈ, ਕਿਉਂਕਿ ਸ਼ਾਂਤੀ ਦੇਣ ਵਾਲੀ ਆਵਾਜ਼ ਹੈ, ਇਹ ਖੁਸ਼ੀ ਦੇਣ ਵਾਲੀ ਆਵਾਜ਼ ਹੈ। ਤਾਂ ਇੱਕ ਆਵਾਜ਼ ਆਂਦੀ ਹੈ, ਉਹ ਨਹੀਂ ਭਾਈ ਤੂੰ ਠੀਕ ਨਹੀਂ ਹੋਣਾ, ਤੇਤੇ ਕੋਈ ਦਵਾਈ ਅਸਰ ਨਹੀਂ ਕਰਦੀ, ਤੂੰ ਕਦੇ ਠੀਕ ਹੀ ਨਹੀਂ ਹੋਣਾ, ਕਿਉਂਕਿ ਫਲਾਨਾ ਗੁਆਂਢੀ ਤੈਨੂੰ ਕੁਝ ਕਰ ਰਿਹਾ ਹੈ, ਉਹ ਫਲਾਨਾ ਬੰਦਾ ਤੇਤੇ ਜਾਦੂ ਕਰੀ ਜਾਂਦਾ, ਤੂੰ ਠੀਕ ਨਹੀਂ ਹੋਣਾ। ਸਮਝ ਲਓ ਇਹ ਆਵਾਜ਼ ਸ਼ੰਕਾ ਦੀ ਹੈ, ਸ਼ਕਨੀ ਦੀ ਹੈ। ਕਿਉਂਕਿ ਜਿਹੜੀ ਆਵਾਜ਼ ਸੁਣ ਕੇ ਸਾਨੂੰ ਹਿੰਮਤ ਮਿਲੇ, ਹੌਸਲਾ ਮਿਲੇ, ਸਾਡੇ ਅੰਦਰ ਵਿਸ਼ਵਾਸ ਵਧੇ, ਸਾਨੂੰ ਸ਼ਾਂਤੀ ਮਿਲੇ, ਉਹ ਆਵਾਜ਼ ਭਗਵਾਨ ਦੀ ਹੈ। ਕਿਉਂਕਿ ਭਗਵਾਨ ਪਰਮਾਤਮਾ, ਉਹ ਮਾਲਿਕ ਸਾਡਾ ਹਮੇਸ਼ਾ ਸਾਨੂੰ ਖੁਸ਼ੀ ਦਿੰਦਾ ਹੈ। ਤਾਂ ਜਿਹੜੀ ਆਵਾਜ਼ ਸੁਣ ਸੁਣ ਕੇ ਪਰੇਸ਼ਾਨੀ ਵੱਧ ਜਾਵੇ, ਚਿੰਤਾ ਵੱਧ ਜਾਵੇ, ਜਿੱਦਾਂ ਫਰਜ਼ ਕਰੋ ਬੱਚਾ ਕਿਤੇ ਗਿਆ ਹੈ, ਅਸੀਂ ਕਈ ਵਾਰ ਉਦਾਹਰਨ ਦਿੰਦੇ ਹਾਂ, ਬੱਚਾ ਕਿਤੇ ਗਿਆ ਹੈ, ਇੱਕ ਦਿਨ ਕਹਿੰਦਾ ਬੱਚਾ ਲੇਟ ਹੋ ਗਿਆ, ਪਤਾ ਨਹੀਂ ਕੀ ਗੱਲ ਹੋ ਗਈ, ਇੱਕ ਮਨ ਕਹੇਗਾ ਕਿਤੇ ਐਕਸੀਡੈਂਟ ਨਾ ਹੋ ਗਿਆ ਹੋਵੇ, ਕਿਤੇ ਕੁਝ ਬੁਰਾ ਨਾ ਹੋ ਗਿਆ ਹੋਵੇ, ਉਹ ਸ਼ਕਨੀ ਹੈ, ਸ਼ੰਕਾ ਹੈ। ਹੁਣ ਉਹ ਸੋਚ ਸੋਚ ਕੇ ਦੁਖੀ ਹੋਈ ਜਾਵਾਂਗੇ, ਤਾਂ ਦੂਜੇ ਪਾਸੇ ਇੱਕ ਆਵਾਜ਼ ਆਂਦੀ ਹੈ, ਉਹ ਫਿਕਰ ਨਾ ਕਰ, ਮੇਰਾ ਮਾਲਿਕ ਮੇਰੇ ਨਾਲ ਹੈ, ਮਾਲਿਕ ਕੁਝ ਨਹੀਂ ਹੋਣ ਦਿੰਦੇ। ਹੁਣ ਇਹ ਸੁਣ ਕੇ ਟੈਨਸ਼ਨ ਦੂਰ ਹੋ ਜਾਂਦੀ, ਅੰਦਰ ਇੱਕ ਹੌਸਲਾ ਆਂਦਾ ਹੈ। ਪਰ ਹੁਣ ਅਸੀਂ ਇਹ ਦੇਖਣਾ ਹੈ ਕਿ ਅਸੀਂ ਕਿਹਦੀ ਆਵਾਜ਼ ਨੂੰ ਬੁਲੰਦ ਕਰਨਾ ਹੈ, ਬੁਲੰਦ ਦਾ ਮਤਲਬ ਉੱਚਾ ਕਰਨਾ, ਤੇ ਕਿਹਦੀ ਆਵਾਜ਼ ਨੂੰ ਦਬਾਉਣਾ ਹੈ। ਹੁੰਦਾ ਜ਼ਿਆਦਾਤਰ ਕੀ ਹੈ, ਬੰਦਾ ਸੱਚੀ ਆਵਾਜ਼ ਨੂੰ, ਸ਼ਾਂਤੀ ਦੀ ਆਵਾਜ਼ ਨੂੰ ਦਬਾ ਦਿੰਦਾ ਹੈ, ਤਾਂ ਸ਼ੰਕਾ ਦੀ ਆਵਾਜ਼ ਨੂੰ ਬਾਰ-ਬਾਰ ਸੁਣਦਾ ਹੈ, ਬਾਰ-ਬਾਰ ਉਹ ਚੀਜ਼ ਰਿਪੀਟ ਕਰਦਾ ਹੈ ਬੰਦਾ। ਇਹ ਤਾਂ ਸੱਚ ਦੱਸਿਓ, ਜਿੰਨੇ ਵੀ ਜੀਵ ਤੁਸੀਂ ਬੈਠੇ ਆ, ਕਦੀ ਸੋਚ ਕੇ ਦੇਖਣਾ ਕਿ ਤੁਹਾਡੇ ਅੰਦਰ ਨੈਗੇਟਿਵ ਥੋਟ ਹਮੇਸ਼ਾ ਜ਼ਿਆਦਾ ਚੱਲਦੇ ਆ। ਹਰ ਚੀਜ਼ ਨੂੰ ਲੈ ਕੇ ਨੈਗੇਟਿਵ ਥੋਟ ਹੀ ਹੁੰਦੇ ਆ, ਹਰ ਚੀਜ਼ ਨੂੰ ਲੈ ਕੇ। ਕਿਤੇ ਆਣਾ ਹੋਵੇ, ਕਿਤੇ ਜਾਣਾ ਹੋਵੇ, ਹਮੇਸ਼ਾ ਪਹਿਲਾਂ ਬੁਰਾ ਹੀ ਸੋਚਦੇ ਆ, ਕਿਤੇ ਕੁਝ ਹੋ ਨਾ ਜਾਵੇ, ਕਿਤੇ ਕੁਝ ਮਾੜਾ ਨਾ ਹੋ ਜਾਵੇ, ਕਿਤੇ ਕੁਝ ਇਦਾਂ ਨਾ ਹੋ ਜਾਵੇ। ਇਹਦਾ ਮਤਲਬ ਨੈਗੇਟਿਵਿਟੀ ਇੰਨੀ ਭਰੀ ਹੋਈ ਹੈ। ਤਾਂ ਹੁਣ ਯਾਦ ਰੱਖੋ ਕਿ ਜੇ ਨੈਗੇਟਿਵਿਟੀ ਜ਼ਿਆਦਾ ਰਹੇਗੀ ਤਾਂ ਸਾਡਾ ਜੀਵਨ ਨੈਗੇਟਿਵਿਟੀ ਨਾਲ ਹੀ, ਦੁੱਖਾਂ ਨਾਲ ਹੀ ਭਰਦਾ ਚਲਾ ਜਾਏਗਾ। ਹੁਣ ਇੱਕ ਗੱਲ ਦਾ ਜਵਾਬ ਦਿਓ ਸਾਨੂੰ ਕਿ ਇੱਕ ਜਗ੍ਹਾ ਗੰਦਾ ਪਾਣੀ ਟਪਕ ਰਿਹਾ ਹੈ, ਇੱਕ ਜਗ੍ਹਾ ਸਾਫ਼ ਪਾਣੀ ਟਪਕ ਰਿਹਾ ਹੈ। ਜ਼ਰਾ ਸਮਝਣਾ, ਇੱਕ ਜਗ੍ਹਾ ਗੰਦਾ ਪਾਣੀ ਬੂੰਦ ਬੂੰਦ ਕਰਕੇ ਟਪਕ ਰਿਹਾ ਹੈ, ਇੱਕ ਜਗ੍ਹਾ ਸਾਫ਼ ਪਾਣੀ ਬੂੰਦ ਬੂੰਦ ਕਰਕੇ ਟਪਕ ਰਿਹਾ ਹੈ। ਹੁਣ ਤੁਸੀਂ ਉਹਦੇ ਥੱਲੇ ਦੋ ਘੜੇ ਰੱਖ ਦਿੰਦੇ ਹੋ, ਖਾਲੀ ਘੜੇ।
ਹੁਣ ਇੱਕ ਬੂੰਦ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਟੱਪ 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 ਹੋਈ ਜਾਵੇ, ਟਿਪ ਟਿਪ ਕਰਕੇ ਘੜੇ 'ਚ ਬੂੰਦ ਗਿਰੀ ਜਾਵੇ, ਗਿਰੀ ਜਾਵੇ, ਗਿਰੀ ਜਾਵੇ, ਤਾਂ ਜਵਾਬ ਦਿਓ ਕਿ ਕੀ ਹੋਏਗਾ ਫਿਰ। ਜਿੱਥੇ ਸਾਫ਼ ਪਾਣੀ ਟਪਕ ਰਿਹਾ ਹੈ ਉਹ ਘੜਾ ਸਾਫ਼ ਪਾਣੀ ਨਾਲ ਭਰ ਜਾਏਗਾ, ਤਾਂ ਜਿੱਥੇ ਗੰਦਾ ਪਾਣੀ ਤਪ ਤਪ ਕਰਕੇ ਟਿਪ ਟਿਪ ਕਰਕੇ ਟਪਕ ਰਿਹਾ ਹੈ ਉਹ ਘੜਾ ਕਾਹਦੇ ਨਾਲ ਭਰੇਗਾ? ਗੰਦੇ ਪਾਣੀ ਨਾਲ। ਹੁਣ ਜ਼ਰਾ ਸਮਝਣਾ, ਇਸੇ ਤਰ੍ਹਾਂ ਸਾਡੇ ਵਿਚਾਰ ਹੈ, ਇਸੇ ਤਰ੍ਹਾਂ ਸਾਡੀ ਥੋਟ ਹੈ। ਅਗਰ ਪੋਜ਼ਿਟਿਵ ਥੋਟ ਚੱਲਦੇ ਆ ਚੱਲਦੇ ਆ ਚੱਲਦੇ ਆ ਚੱਲਦੇ ਆ, ਯਾਨੀ ਇਹ ਪੋਜ਼ਿਟਿਵ ਥੋਟ ਦੀ ਬੂੰਦ, ਇਹ ਚੰਗੀ ਸੋਚ, ਵਿਸ਼ਵਾਸ ਦੀ ਸੋਚ ਚੱਲਦੀ ਹੈ ਤਾਂ ਚੱਲਦੇ ਚੱਲਦੇ ਇੱਕ ਦਿਨ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ। ਤਾਂ ਜੇ ਸਾਡੇ ਅੰਦਰ ਹਰ ਵੇਲੇ ਬੁਰੀ ਸੋਚ ਹੀ ਚੱਲਦੀ ਹੈ, ਦੁੱਖਾਂ ਦੀ ਸੋਚ ਹੀ ਚੱਲਦੀ ਹੈ, ਤਾਂ ਫਿਰ ਸਮਝ ਲਓ ਗੰਦਾ ਪਾਣੀ ਟਪਕ ਰਿਹਾ ਹੈ ਬੂੰਦ ਬੂੰਦ ਕਰਕੇ, ਫਿਰ ਸਾਡਾ ਜੀਵਨ ਉਹ ਦੁੱਖਾਂ ਨਾਲ ਹੀ ਭਰਨਾ ਹੈ, ਪਰੇਸ਼ਾਨੀਆਂ ਨਾਲ ਹੀ ਭਰਨਾ ਹੈ। ਇਸ ਲਈ ਅਗਰ ਤੁਸੀਂ ਜੀਵਨ ਨੂੰ ਖੁਸ਼ੀਆਂ ਨਾਲ ਭਰਨਾ ਚਾਹੁੰਦੇ ਹੋ, ਅਗਰ ਤੁਸੀਂ ਜੀਵਨ ਨੂੰ ਆਨੰਦ ਨਾਲ ਭਰਨਾ ਚਾਹੁੰਦੇ ਹੋ, ਤਾਂ ਅੱਜ ਤੋਂ ਕੋਸ਼ਿਸ਼ ਕਰੋ ਕਿ ਸਾਡੇ ਅੰਦਰ ਜਦ ਵੀ ਚੱਲਣ ਅੱਛੇ ਵਿਚਾਰ ਚੱਲਣ, ਵਿਸ਼ਵਾਸ ਦੇ ਵਿਚਾਰ ਚੱਲਣ। ਕਿਉਂਕਿ ਪ੍ਰੇਮ ਦੀ ਸੁਣਾਂਗੇ, ਭਗਵਾਨ ਦੀ ਸੁਣਾਂਗੇ, ਆਪਣੇ ਮਾਲਕ ਦੀ ਸੁਣਾਂਗੇ ਤਾਂ ਜੀਵਨ 'ਚ ਖੁਸ਼ੀਆਂ ਆਉਣਗੀਆਂ। ਜਦੋਂ ਅਸੀਂ ਵਿਸ਼ਵਾਸ ਨੂੰ ਛੱਡ ਕੇ ਸ਼ੰਕਾ ਕਰਨੀ ਸ਼ੁਰੂ ਕਰ ਦਿੱਤੀ, ਬੁਰਾ ਸੋਚਣਾ ਸ਼ੁਰੂ ਕਰ ਦਿੱਤਾ, ਤਾਂ ਉਸ ਵੇਲੇ ਸਾਡੇ ਜੀਵਨ 'ਚ ਦੁੱਖ ਆਉਣੇ ਸ਼ੁਰੂ ਹੋ ਜਾਣਗੇ।